ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਟਰੂਡੋ ਨੇ ਦਿੱਤੀ ਟੀਕੇ ਬਾਰੇ ਵਿੱਚ ਖੁਸ਼ਖਬਰੀ, ਕਿਹਾ ਭੁੱਲਿਓ ਨਾ ਬੁੱਧਵਾਰ ਨੂੰ ਕੀ ਹੈ ਖਾਸ। ਵਿਜ਼ਿਟਰ ਵੀਜ਼ੇ ਵਾਲਿਆਂ ਦੇ ਲਈ ਕੈਨੇਡਾ ਤੋਂ ਖੁਸ਼ਖਬਰੀ, ਹੁਣ ਵਰਕ ਪਰਮਿਟ ਵਾਲਿਆਂ ਨੂੰ ਮਿਲਿਆ ਹੋਰ ਸਮਾਂ। ਟੋਰਾਂਟੋ ਦੇ ਵਿੱਚ ਗੱਡੀ ਦਾ ਟਾਇਰ ਨਿਕਲਣ ਦੇ ਨਾਲ ਹਾਦਸਾ, ਔਰਤ ਦੀ ਬਚ ਗਈ ਜਾਨ। ਟਰੰਪ ਦੀ ਹੋਈ ਸੋਸ਼ਲ ਮੀਡੀਆ ਤੇ ਵਾਪਸੀ, ਹੁਣ ਟਰੰਪ ਦੀ 2024 ਦੀ ਤਿਆਰੀ। ਸਰੀ ਦੇ ਹਸਪਤਾਲ ਦੀ ਕੋਰੋਨਾ ਆਊਟਬ੍ਰੇਕ ਹੋਈ ਖਤਮ, ਸਿਹਤ ਵਿਭਾਗ ਨੇ ਦਿੱਤੀ ਜਾਣਕਾਰੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੋਰੋਨਾ ਵੈਕਸੀਨ ਦੇ ਨਾਲ ਜੁੜੀ ਹੋਈ ਅਪਡੇਟ ਸਾਂਝੀ ਕੀਤੀ, ਜਿੱਥੇ ਉਹਨਾਂ ਦੱਸਿਆ ਕਿ ਕੈਨੇਡਾ ਨੂੰ 5 ਮਿਲੀਅਨ ਫਾਈਜ਼ਰ ਵੈਕਸੀਨ ਡੋਜ਼ ਮਿਲਣਗੀਆਂ। ਇਹ ਕਦੋਂ ਪਹੁੰਚਣਗੀਆਂ, ਇਸ ਦੀ ਜਾਣਕਾਰੀ ਵੀ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਦਿੱਤੀ ਗਈ। ਇਸ ਦੇ ਨਾਲ ਹੀ ਖਾਸ ਤੌਰ ਦੇ ਉੱਪਰ ਉਹਨਾਂ ਵੱਲੋਂ ਉਸ ਇਵੈਂਟ ਦਾ ਜ਼ਿਕਰ ਕੀਤਾ ਗਿਆ ਜਿਹੜਾ ਕਿ ਬੁੱਧਵਾਰ ਨੂੰ ਹੋਣ ਜਾ ਰਿਹਾ ਹੈ, ਜਿਸ ਦੇ ਵਿੱਚ ਫੇਸਬੁੱਕ ਅਤੇ ਕੈਨੇਡਾ ਦੀ ਸਰਕਾਰ ਕੋਰੋਨਾ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ ਮੁਹੱਈਆ ਕਰਵਾਵੇਗੀ। ਪ੍ਰੈਸ ਕਾਨਫਰੰਸ ਦੇ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕੋਰੋਨਾ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਦੱਸਿਆ ਗਿਆ ਕਿ ਫਾਈਜ਼ਰ ਵੱਲੋਂ 5 ਮਿਲੀਅਨ ਵੈਕਸੀਨ ਦੀ ਡਿਲੀਵਰੀ ਸਮੇਂ ਤੋਂ ਪਹਿਲਾਂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਇਹਨਾਂ ਡੋਜ਼ਸ ਦੀ ਡਿਲੀਵਰੀ ਜੂਨ ਦੇ ਵਿੱਚ ਹੀ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਟਰੂਡੋ ਵੱਲੋਂ ਉਸ ਇਵੈਂਟ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਗਈ ਜੋ ਕਿ ਫੇਸਬੁੱਕ ਵੱਲੋਂ ਵੈਕਸੀਨੇਸ਼ਨ ਦੇ ਬਾਰੇ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਦੇ ਵਿੱਚ ਕੈਨੇਡਾ ਦੇ ਸਿਹਤ ਅਧਿਕਾਰੀ ਸ਼ਾਮਿਲ ਹੋਣਗੇ, ਜਿਨ੍ਹਾਂ ਵੱਲੋਂ ਵੈਕਸੀਨੇਸ਼ਨ ਦੇ ਬਾਰੇ ਵਿੱਚ ਅਪਡੇਟ ਸਾਂਝੀ ਕੀਤੀ ਜਾਵੇਗੀ। ਉਧਰ ਪ੍ਰੋਕਿਊਰਮੈਂਟ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਬਹੁਤ ਤੇਜ਼ੀ ਦੇ ਨਾਲ ਜੂਨ ਆਖਿਰ ਤੱਕ ਕੈਨੇਡਾ ਦੇ ਕੋਲ ਟੋਟਲ 44 ਮਿਲੀਅਨ ਡੋਜ਼ਸ ਦੀ ਡਿਲੀਵਰੀ ਹੋ ਜਾਵੇਗੀ। ਇਹ ਜੋ ਜਾਣਕਾਰੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਅਨੀਤਾ ਆਨੰਦ ਵੱਲੋਂ ਸਾਂਝੀ ਕੀਤੀ ਗਈ, ਉਸ ਤੋਂ ਬਾਅਦ ਇਹ ਪਤਾ ਚੱਲਦਾ ਹੈ ਕਿ ਜੂਨ ਆਖਿਰ ਤੱਕ ਕੈਨੇਡਾ ਨੂੰ 44 ਮਿਲੀਅਨ ਡੋਜ਼ਸ ਮਿਲਣਗੀਆਂ, ਜਿਸ ਦੇ ਨਾਲ तमाम ਕੈਨੇਡੀਅਨਸ ਨੂੰ ਪਹਿਲਾ ਕੋਰੋਨਾ ਦਾ ਸ਼ਾਟ ਲਗਾਇਆ ਜਾ ਸਕੇਗਾ। ਦੱਸ ਦਈਏ ਕਿ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਇਸ ਜਾਣਕਾਰੀ ਨੂੰ ਸਾਂਝੀ ਕਰਦੇ ਹੋਇਆਂ ਇਸ ਨੂੰ ਇੱਕ ਪੋਜ਼ਿਟਿਵ ਵੈਕਸੀਨ ਖਬਰ ਦੇ ਤੌਰ ਦੇ ਉੱਪਰ ਦੇਖਿਆ ਗਿਆ ਅਤੇ ਦੱਸਿਆ ਗਿਆ। This morning, I visited the vaccination clinic at the Nepean Sportsplex here in Ottawa. It was great to see more and more people getting vaccinated. People were in a good mood. A lot of folks were there with their elderly parents. Everyone was chatty and focused, but quite frankly, it was the amazing volunteers who were working so hard who really encouraged us all, and we saw smiles on everyone's faces. I also had the chance to chat with a few of the many healthcare workers who are part of this vaccination effort. They're all doing an incredible job during this really tough time. My job as a politician is usually go around shaking hands, so that wasn't the challenge that we got to do. There was a number of older folks who I needed to remind that an elbow bump is the way we do it. But we're all figuring out how to navigate through this, and the fact that so many people are getting vaccinated is a really good thing. Our frontline workers have given up a lot to stay safe. Last week, I spoke to nurses from the Victoria General Hospital in Winnipeg. They shared what this past year has been like, caring for isolated patients in serious situations, sometimes being their only point of contact, and holding an iPad or holding their hands through a window while family members watch through a window. It was incredibly difficult, incredibly challenging for healthcare workers across the country, even more so when it comes to the fears that on returning home, they might be bringing home this disease to their families. It's been incredibly stressful, but they continue to step up every single day, and all of us need to make sure we're doing the best we can to keep them from getting overwhelmed and overloaded with new cases. But everything they do makes them the heroes of this pandemic. ਕੈਨੇਡਾ ਦੇ ਵਿੱਚ ਜਿਹੜੇ ਵਿਜ਼ਿਟਰ ਵੀਜ਼ਾ ਦੇ ਉੱਪਰ ਨੇ ਉਹਨਾਂ ਦੇ ਲਈ ਇੱਕ ਖਬਰ ਅਪਡੇਟ ਸਾਹਮਣੇ ਆਈ ਹੈ, ਜਿੱਥੇ ਇੱਕ ਹੋਰ ਮੌਕਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਆਪਣੇ ਵਰਕ ਪਰਮਿਟ ਦੇ ਵਾਸਤੇ ਅਪਲਾਈ ਕਰਨ ਦਾ। ਜੀ ਹਾਂ, ਕੋਵਿਡ-19 ਦੇ ਕਰਕੇ ਇਹ ਜਿਹੜਾ ਸਮਾਂ ਪਹਿਲਾਂ ਤੈਅ ਕੀਤਾ ਗਿਆ ਸੀ ਉਸ ਨੂੰ ਅੱਗੇ ਵਧਾ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਦੇ ਕਰਕੇ ਬਹੁਤ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ, ਬਹੁਤ ਚੀਜ਼ਾਂ ਦੇ ਵਿੱਚ ਢਿੱਲ ਦਿੱਤੀ ਗਈ। ਇਸੇ ਦੇ ਚੱਲਦਿਆਂ ਹੁਣ ਮੌਕਾ ਦਿੱਤਾ ਜਾ ਰਿਹਾ ਹੈ ਵਿਜ਼ਿਟਰ ਵੀਜ਼ਾ ਦੇ ਉੱਪਰ ਜਿਹੜੇ ਕੈਨੇਡਾ ਆਏ ਕਿ ਉਹ 31 ਅਗਸਤ 2021 ਦੇ ਦੌਰਾਨ, ਜਾਣੀ ਕਿ ਇਦੋਂ ਤੱਕ ਆਪਣੀਆਂ ਜਿਹੜੀਆਂ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਨੇ ਉਹ ਜਮ੍ਹਾਂ ਕਰਵਾ ਸਕਦੇ ਨੇ। ਬਾਕੀ ਸਾਰੀ ਅਪਡੇਟ ਦੱਸਾਂਗੇ ਇਸ ਖਬਰ ਦੇ ਵਿੱਚ। ਕੈਨੇਡਾ ਤੋਂ ਵਿਜ਼ਿਟਰ ਵੀਜ਼ੇ ਵਾਲਿਆਂ ਦੇ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਹੁਣ ਵਿਜ਼ਿਟਰ ਵੀਜ਼ੇ ਵਾਲਿਆਂ ਨੂੰ ਵਰਕ ਪਰਮਿਟ ਦੇ ਲਈ ਅਪਲਾਈ ਕਰਨ ਲਈ ਹੋਰ ਸਮਾਂ ਦਿੱਤਾ ਜਾ ਰਿਹਾ ਹੈ।
ਜੀ ਹਾਂ, ਕੈਨੇਡਾ ਵੱਲੋਂ 2020 ਕਰੋਨਾ ਵਾਇਰਸ ਦੇ ਨਾਲ ਸੰਬੰਧਿਤ ਮੈਸ਼ਰਸ ਨੂੰ ਅੱਗੇ ਵਧਾਇਆ ਜਾ ਰਿਹਾ ਹੈ, ਜਿਸ ਦਾ ਮਤਲਬ ਹੈ ਕਿ ਕੈਨੇਡਾ ਦੇ ਵਿੱਚ ਜਿਹੜੇ ਜੌਬ ਆਫਰ ਵਾਲੇ ਟੈਂਪਰੇਰੀ ਰੈਜ਼ੀਡੈਂਟਸ ਹਨ, ਉਹਨਾਂ ਨੂੰ ਦੇਸ਼ ਛੱਡੇ ਬਿਨਾਂ ਵਰਕ ਪਰਮਿਟ ਦੇ ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ 1 ਅਗਸਤ 24, 2020 ਅਤੇ ਮਾਰਚ 31, 2021 ਦੇ ਵਿਚਕਾਰ ਇਸ ਵਾਸਤੇ ਸਮਾਂ ਰੱਖਿਆ ਗਿਆ ਸੀ ਕਿ ਜਿਹੜੇ ਫੋਰਨ ਨੈਸ਼ਨਲ ਵਿਜ਼ਿਟਰ ਵੀਜ਼ੇ ਦੇ ਉੱਪਰ ਹਨ, ਉਹ ਵਰਕ ਪਰਮਿਟ ਦੇ ਲਈ ਅਪਲਾਈ ਕਰ ਸਕਣਗੇ। ਪਰ ਹੁਣ ਇਸ ਨੂੰ ਅਗਸਤ 31, 2021 ਤੱਕ ਵਧਾਇਆ ਜਾ ਰਿਹਾ ਹੈ, ਪਰ ਇਸ ਵਾਸਤੇ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ ਜਿਹੜੀਆਂ ਮੰਨਣੀਆਂ ਜ਼ਰੂਰੀ ਹਨ। ਜਦੋਂ ਤੁਸੀਂ ਅਪਲਾਈ ਕਰਨਾ ਹੈ, ਉਦੋਂ ਤੁਹਾਡੇ ਕੋਲ ਕੈਨੇਡਾ ਦੇ ਵਿਜ਼ਿਟਰ ਦੇ ਤੌਰ ਦੇ ਉੱਪਰ ਇੱਕ ਵੈਲਿਡ ਸਟੇਟਸ ਹੋਣਾ ਚਾਹੀਦਾ ਹੈ। ਤੁਸੀਂ ਕੈਨੇਡਾ ਦੇ ਵਿੱਚ ਵੈਲਿਡ ਸਟੇਟਸ ਦੇ ਨਾਲ ਰਹੇ ਹੋਣੇ ਚਾਹੀਦੇ ਹਨ। ਤੁਹਾਡੇ ਕੋਲ ਵੈਲਿਡ ਜੌਬ ਆਫਰ ਹੋਣਾ ਜ਼ਰੂਰੀ ਹੈ। ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਵੱਲੋਂ ਸਪੋਰਟ ਕੀਤਾ ਗਿਆ ਐਮਪਲੋਈ ਸਪੈਸਿਫਿਕ ਵਰਕ ਪਰਮਿਟ ਐਪਲੀਕੇਸ਼ਨ ਸਬਮਿਟ ਕਰਵਾਉਣੀ ਪਵੇਗੀ ਜਾਂ ਫਿਰ LMIA ਐਗਜ਼ੈਂਪਟ ਆਫਰ ਆਫ ਇੰਪਲੋਇਮੈਂਟ ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਮੈਡੀਕਲ ਅਤੇ ਕ੍ਰਿਮੀਨਲ ਚੈੱਕ ਕ੍ਰਾਈਟੇਰੀਆ ਦੇ ਬਾਰੇ ਵਿੱਚ ਵੀ ਜਾਣਕਾਰੀ ਦੇਣੀ ਜ਼ਰੂਰੀ ਹੋਵੇਗੀ। ਇਸ ਦੇ ਨਾਲ ਹੀ ਐਪਲੀਕੈਂਟਸ ਨੂੰ ਇਹ ਵੀ ਮੌਕਾ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਕੋਲ ਵੈਲਿਡ ਵਰਕ ਪਰਮਿਟ 12 ਮਹੀਨੇ ਤੱਕ ਦਾ ਹੈ, ਉਹ ਆਪਣੇ ਨਵੇਂ ਇੰਪਲੋਇਰ ਦੇ ਕੋਲ ਕੰਮ ਕਰਨ ਦੀ ਸ਼ੁਰੂਆਤ ਕਰ ਸਕਦੇ ਹਨ। ਅਜਿਹਾ ਵਰਕ ਪਰਮਿਟ ਐਪਲੀਕੇਸ਼ਨ ਪੂਰੀ ਤਰ੍ਹਾਂ ਦੇ ਨਾਲ ਅਪਰੂਵ ਹੋਣ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ, ਪਰ ਇਸ ਦੇ ਵਾਸਤੇ ਵੀ ਕੁਝ ਅਜਿਹੇ ਕਦਮ ਹਨ ਜਿਨ੍ਹਾਂ ਦੀ ਪਾਲਣਾ ਕੀਤੀ ਜਾਣੀ ਜ਼ਰੂਰੀ ਹੈ। ਇਸ ਦੇ ਬਾਰੇ ਵਿੱਚ ਸਾਰੀ ਜਾਣਕਾਰੀ ਗਵਰਨਮੈਂਟ ਵੈਬਸਾਈਟ ਦੇ ਉੱਪਰ ਸਾਂਝੀ ਕੀਤੀ ਗਈ ਹੈ। ਟੋਰਾਂਟੋ ਹਾਈਵੇ 401 ਦੇ ਉੱਪਰ ਅਜਿਹਾ ਹਾਦਸਾ ਵਾਪਰਿਆ ਜਿੱਥੇ ਗੱਡੀ ਦਾ ਟਾਇਰ ਨਿਕਲ ਕੇ ਉਛਲ ਗਿਆ ਅਤੇ ਉਹ ਗੱਡੀ ਦੇ ਵੱਲ ਹੀ ਆਉਂਦਾ ਹੋਇਆ ਨਜ਼ਰ ਆਇਆ। ਇਸ ਦੇ ਬਾਰੇ ਵਿੱਚ ਔਰਤ ਵੱਲੋਂ तमाम ਜਾਣਕਾਰੀ ਦਿੱਤੀ ਗਈ ਹੈ, ਪਰ ਇਹ ਇੱਕ ਬਹੁਤ ਵੱਡੀ ਤੇ ਖੁਸ਼ੀ ਵਾਲੀ ਗੱਲ ਹੈ ਕਿ ਇਸ ਔਰਤ ਦੀ ਜਾਨ ਇਸ ਹਾਦਸੇ ਦੇ ਵਿੱਚ ਬਚੀ। ਉਸ ਨੂੰ ਕੋਈ ਵੀ ਵੱਡੀ ਗੰਭੀਰ ਸੱਟ ਨਹੀਂ ਆਈ, ਕਿਉਂਕਿ ਜਿਸ ਤਰ੍ਹਾਂ ਦਾ ਇਹ ਹਾਦਸਾ ਸੀ, ਵਾਕਈ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਦੀ ਕਿਸਮਤ ਬਹੁਤ ਜ਼ਿਆਦਾ ਚੰਗੀ ਸੀ। ਟੋਰਾਂਟੋ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਇੱਥੇ ਹਾਦਸਾ ਵਾਪਰਿਆ ਤਾਂ ਉਸ ਔਰਤ ਦੀ ਇੰਨੀ ਚੰਗੀ ਕਿਸਮਤ ਸੀ ਕਿ ਉਸ ਦਾ ਬੱਚਾ ਰਿਹਾ। ਜੀ ਹਾਂ, ਇਹ ਹਾਦਸਾ ਹਾਈਵੇ 401 ਤੇ ਵਾਪਰਿਆ। ਇਸ ਹਾਦਸੇ ਦੀ ਵੀਡੀਓ ਵੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ। ਵਾਹਨ ਚਲਾਉਣ ਵਾਲੀ ਔਰਤ ਨੇ ਵੀ ਇਸ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਸ ਵਾਸਤੇ ਇਹ ਹਾਦਸਾ ਕਿੰਨਾ ਦਰਦਨਾਕ ਸੀ। ਉਸਨੇ ਜਾਣਕਾਰੀ ਦਿੱਤੀ ਹੈ ਕਿ ਉਹ ਹਾਈਵੇ 401 ਦੇ ਉੱਪਰ ਗੱਡੀ ਚਲਾ ਰਹੀ ਸੀ ਅਤੇ ਅਚਾਨਕ ਟਾਇਰ ਨਿਕਲ ਕੇ ਉਸ ਦੇ ਵੱਲ ਬਾਉਂਸ ਕੀਤਾ, ਜੋ ਕਿ ਵਿੰਡ ਸ਼ੀਲਡ ਵੱਲ ਆ ਰਿਹਾ ਸੀ। ਫਿਰ ਔਰਤ ਵੱਲੋਂ ਕੋਸ਼ਿਸ਼ ਕੀਤੀ ਗਈ ਕਿ ਕਿਸ ਤਰ੍ਹਾਂ ਉਹ ਆਪਣਾ ਬਚਾਅ ਕਰ ਸਕੇ, ਪਰ ਇਸ ਔਰਤ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗੰਭੀਰ ਸੱਟ ਨਹੀਂ ਆਈ ਤੇ ਇਸ ਦਾ ਬਚਾਅ ਰਿਹਾ। ਉਧਰ ਇਸ ਬਾਰੇ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਤਰ੍ਹਾਂ ਗੱਡੀ ਦਾ ਅਚਾਨਕ ਟਾਇਰ ਕਿਵੇਂ ਨਿਕਲ ਗਿਆ। ਪੁਲਿਸ ਅਧਿਕਾਰੀਆਂ ਵੱਲੋਂ ਇਸ ਬਾਰੇ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਹਾਂ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਅਜਿਹਾ ਕਿਸ ਤਰ੍ਹਾਂ ਹੋ ਗਿਆ। ਟੋਰਾਂਟੋ ਦੇ ਵਿੱਚ ਜਿਹੜਾ ਇਹ ਹਾਦਸਾ ਵਾਪਰਿਆ ਹੈ, ਇਸ ਦੇ ਵਿੱਚ ਰਾਹਤ ਦੀ ਖਬਰ ਹੈ ਕਿ ਔਰਤ ਦੇ ਕੋਈ ਜ਼ਿਆਦਾ ਗੰਭੀਰ ਸੱਟਾਂ ਨਹੀਂ ਆਈਆਂ, ਜਿਸ ਵੱਲੋਂ ਵੀ ਆਪਣੀ ਗੱਲ ਦੱਸੀ ਗਈ ਹੈ, ਜਾਣੀ ਕਿ ਔਰਤ ਵੱਲੋਂ ਵੀ ਆਪਣਾ ਪੱਖ ਰੱਖਿਆ ਗਿਆ ਅਤੇ ਹੁਣ ਪੁਲਿਸ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕੀਤੀ ਜਾ ਰਹੀ ਹੈ। Driving down the 401 and in a split second I saw a tire. I believe I saw it bounce once. I could be incorrect. I saw it bounce extremely high and it was coming down right at my windshield. I, as quickly as I could, took a look to see if there was anywhere that I could go to escape this tire and not cause injury or accident to anyone else. And I looked back and thought, this is it. I am going to die. This is the end. ਅਮਰੀਕਾ ਦੇ ਵਿੱਚ ਜੋ ਕੈਪੀਟੋਲ ਹਿੱਲ ਦੇ ਵਿੱਚ ਹਿੰਸਾ ਭੜਕੀ ਸੀ, ਉਸ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਉੱਪਰ ਕਾਰਵਾਈ ਕਰਦਿਆਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਤੋਂ ਉਹਨਾਂ ਦੇ ਅਕਾਊਂਟ ਨੂੰ ਹਟਾ ਦਿੱਤਾ ਗਿਆ, ਜਾਣੀ ਕਿ ਉਹਨਾਂ ਨੂੰ ਅਕਾਊਂਟਸ ਦੇ ਰਾਹੀਂ ਜਾਣੀ ਕਿ ਸੋਸ਼ਲ ਮੀਡੀਆ ਦੇ ਉੱਪਰ ਬੈਨ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੇ ਐਲਾਨ ਕੀਤਾ ਕਿ ਸੋਸ਼ਲ ਮੀਡੀਆ ਦੇ ਉੱਪਰ ਉਹ ਵਾਪਸੀ ਕਰਨਗੇ। ਉਹਨਾਂ ਵੱਲੋਂ ਆਪਣੀ ਇੱਕ ਵੈਬਸਾਈਟ ਜਾਰੀ ਕੀਤੀ ਗਈ ਹੈ ਜਿਸ ਦੇ ਰਾਹੀਂ ਉਹ ਵੱਖ-ਵੱਖ ਲੋਕਾਂ ਦੇ ਨਾਲ ਰਾਬਤਾ ਕਾਇਮ ਕਰਨਗੇ ਅਤੇ ਜੇਕਰ ਤੁਸੀਂ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਇਸ ਵੈਬਸਾਈਟ ਦੇ ਜ਼ਰੀਏ ਕੀਤਾ ਜਾ ਸਕਦਾ ਹੈ। ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਉਹਨਾਂ ਵੱਲੋਂ 2024 ਰਾਸ਼ਟਰਪਤੀ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਐਲਾਨ ਕੀਤਾ ਗਿਆ ਸੀ ਕਿ ਉਹਨਾਂ ਵੱਲੋਂ ਆਪਣਾ ਵੱਖਰਾ ਸੋਸ਼ਲ ਮੀਡੀਆ ਪਲੇਟਫਾਰਮ ਖੋਲ੍ਹਿਆ ਜਾਵੇਗਾ, ਜਿਸ ਦਾ ਮਤਲਬ ਹੈ ਕਿ ਉਹ ਸੋਸ਼ਲ ਮੀਡੀਆ ਦੇ ਉੱਪਰ ਆਉਣਗੇ ਪਰ ਆਪਣੀ ਵੈਬਸਾਈਟ ਦੇ ਨਾਲ।
ਇਸ ਐਲਾਨ ਤੋਂ ਬਾਅਦ ਹੁਣ ਡੋਨਲਡ ਟਰੰਪ ਨੇ ਆਪਣੀ ਵੈਬਸਾਈਟ ਲਾਂਚ ਕਰ ਦਿੱਤੀ ਹੈ। ਇਸ ਵੈਬਸਾਈਟ ਦਾ ਨਾਮ 45office.com ਰੱਖਿਆ ਗਿਆ ਹੈ, ਜੋ ਕਿ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਹਨਾਂ ਦੀ ਪਤਨੀ ਮੈਲਾਨੀਆ ਵੱਲੋਂ ਲਾਂਚ ਕੀਤੀ ਗਈ। ਇਸ ਵੈਬਸਾਈਟ ਦੇ ਰਾਹੀਂ ਡੋਨਲਡ ਟਰੰਪ ਦੇ ਸਾਰੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਕ ਉਹਨਾਂ ਦੇ ਨਾਲ ਇਸ ਮਾਧਿਅਮ ਰਾਹੀਂ ਜੁੜ ਵੀ ਸਕਦੇ ਨੇ। ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਸਾਬਕਾ ਰਾਸ਼ਟਰਪਤੀ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਉਹ 2024 ਦੀਆਂ ਰਾਸ਼ਟਰਪਤੀ ਚੋਣਾਂ ਲੜਨਗੇ ਅਤੇ ਇਸ ਨੂੰ 2024 ਦੀਆਂ ਚੋਣਾਂ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਟਰੰਪ ਵੱਲੋਂ 2024 ਦੀਆਂ ਰਾਸ਼ਟਰਪਤੀ ਚੋਣਾਂ ਦੀ ਹੁਣ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਗਿਆ। ਜੋ ਜਾਣਕਾਰੀ ਦਿੱਤੀ ਹੈ ਉਸ ਦੇ ਮੁਤਾਬਕ ਜੇਕਰ ਕੋਈ ਵੀ ਆਪਣੇ ਵਿਚਾਰ ਜਾਂ ਫਿਰ ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਉਹ ਇਸ ਵੈਬਸਾਈਟ ਦੇ ਰਾਹੀਂ ਡੋਨਲਡ ਟਰੰਪ ਤੱਕ ਉਹ ਗੱਲ ਨੂੰ ਪਹੁੰਚਾ ਸਕਦਾ ਹੈ। ਜ਼ਿਕਰਯੋਗ ਹੈ ਕਿ 6 ਜਨਵਰੀ ਨੂੰ ਅਮਰੀਕਾ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ, ਜਿੱਥੇ ਕੈਪੀਟੋਲ ਹਿੱਲ ਦੇ ਵਿੱਚ ਹਿੰਸਾ ਭੜਕੀ ਸੀ, ਉਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਤੋਂ ਡੋਨਲਡ ਟਰੰਪ ਨੂੰ ਹਟਾ ਦਿੱਤਾ ਗਿਆ, ਜਾਣੀ ਕਿ ਉਹਨਾਂ ਨੂੰ ਬੈਨ ਕਰ ਦਿੱਤਾ ਗਿਆ। ਉਸ ਤੋਂ ਬਾਅਦ ਹੁਣ ਡੋਨਲਡ ਟਰੰਪ ਵੱਲੋਂ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ ਦੇ ਉੱਪਰ ਹਾਜ਼ਰੀ ਲਗਵਾਈ ਗਈ ਹੈ, ਪਰ ਇਹ ਹਾਜ਼ਰੀ ਉਹਨਾਂ ਵੱਲੋਂ ਆਪਣੀ ਵੈਬਸਾਈਟ ਦੇ ਜ਼ਰੀਏ ਲਗਾਈ ਗਈ ਹੈ। ਸਰੀ ਦੇ ਹਸਪਤਾਲ ਦੇ ਵਿੱਚ ਕਰੋਨਾ ਵਾਇਰਸ ਆਊਟਬ੍ਰੇਕ ਦਾ ਐਲਾਨ ਕੀਤਾ ਗਿਆ ਸੀ, ਪਰ ਹੁਣ ਜਾਣਕਾਰੀ ਦਿੱਤੀ ਗਈ ਹੈ ਕਿ ਇੱਥੇ ਉਹ ਜਿਹੜਾ ਆਊਟਬ੍ਰੇਕ ਹੈ ਉਹ ਖਤਮ ਹੋ ਗਿਆ ਹੈ। ਇਸ ਦੇ ਬਾਰੇ ਵਿੱਚ ਸਿਹਤ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਫ੍ਰੇਜ਼ਰ ਹੈਲਥ ਵੱਲੋਂ ਸਰੀ ਮੈਮੋਰੀਅਲ ਹਸਪਤਾਲ ਦੇ ਵਿੱਚ ਕੋਵਿਡ-19 ਆਊਟਬ੍ਰੇਕ ਖਤਮ ਹੋਣ ਦਾ ਐਲਾਨ ਕੀਤਾ ਗਿਆ। ਇਹ ਜਾਣਕਾਰੀ ਹੈਲਥ ਅਥਾਰਟੀ ਵੱਲੋਂ 29 ਮਾਰਚ ਨੂੰ ਸਾਂਝੀ ਕੀਤੀ ਗਈ। ਇਹ ਚੌਥੀ ਆਊਟਬ੍ਰੇਕ ਸੀ। ਇਸ ਤੋਂ ਪਹਿਲਾਂ 28 ਅਪ੍ਰੈਲ ਨੂੰ ਇੱਥੇ ਆਊਟਬ੍ਰੇਕ ਦੱਸਿਆ ਗਿਆ ਸੀ। ਜਦੋਂ ਪਹਿਲਾਂ ਆਊਟਬ੍ਰੇਕ ਦਾ ਐਲਾਨ ਕੀਤਾ ਗਿਆ ਤਦ ਫ੍ਰੇਜ਼ਰ ਹੈਲਥ ਵੱਲੋਂ ਦੱਸਿਆ ਗਿਆ ਸੀ ਕਿ ਇੱਥੇ ਇੱਕ ਪੇਸ਼ੈਂਟ ਕਰੋਨਾ ਵਾਇਰਸ ਦੇ ਨਾਲ ਪੋਜ਼ਿਟਿਵ ਪਾਇਆ ਗਿਆ। ਇਸ ਦੇ ਨਾਲ ਹੀ ਤਾਜ਼ਾ ਜਾਣਕਾਰੀ ਵੀ ਫ੍ਰੇਜ਼ਰ ਹੈਲਥ ਵੱਲੋਂ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਹਸਪਤਾਲ ਦੇ ਵਿੱਚ ਨਵੰਬਰ 18, 2020 ਤੋਂ ਲੈ ਕੇ ਫਰਵਰੀ 8, 2021 ਤੱਕ ਆਊਟਬ੍ਰੇਕ ਰਿਹਾ ਸੀ, ਜਿਸ ਦੇ ਕਾਰਨ ਇੱਥੇ 115 ਕਰੋਨਾ ਦੇ ਕੇਸ ਸਾਹਮਣੇ ਆਏ ਸਨ ਅਤੇ 13 ਮੌਤਾਂ ਦਰਜ ਕੀਤੀਆਂ ਗਈਆਂ ਸਨ। ਜ਼ਿਕਰਯੋਗ ਹੈ ਕਿ ਜਿਸ ਆਊਟਬ੍ਰੇਕ ਦਾ ਐਲਾਨ ਫਰਵਰੀ 11 ਨੂੰ ਕੀਤਾ ਗਿਆ ਸੀ, ਉਸ ਦੇ ਕਾਰਨ 13 ਲੋਕਾਂ ਦੀ ਜਾਨ ਚਲੀ ਗਈ ਸੀ। ਜੋ ਨਵੰਬਰ 18 ਦੌਰਾਨ ਆਊਟਬ੍ਰੇਕ ਦੀ ਜਾਣਕਾਰੀ ਦਿੱਤੀ ਗਈ ਸੀ, ਉਸ ਦੇ ਵਿੱਚ 76 ਪੇਸ਼ੈਂਟ ਕਰੋਨਾ ਵਾਇਰਸ ਪੋਜ਼ਿਟਿਵ ਪਾਏ ਗਏ ਸੀ, ਜਿਸ ਦੇ ਵਿੱਚ 39 ਸਟਾਫ ਦੇ ਹੀ ਮੈਂਬਰ ਸਨ। ਦੱਸ ਦਈਏ ਕਿ ਆਊਟਬ੍ਰੇਕ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇੱਥੇ ਕਰੋਨਾ ਵਾਇਰਸ ਦੇ ਸਾਰੇ ਪ੍ਰੋਟੋਕਾਲ ਦਾ ਪਾਲਣ ਕੀਤਾ ਗਿਆ, ਜਿਸ ਦੀ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਵੀ ਸਾਂਝੀ ਕੀਤੀ ਜਾਂਦੀ ਰਹੀ ਹੈ। ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਕੁਝ ਸਮਾਂ ਪਹਿਲਾਂ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਇਹਨਾਂ ਦੇ ਉੱਪਰ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਸੀ। ਹੁਣ ਤਾਜ਼ਾ ਮਾਮਲਾ ਫਿਲਾਡੈਲਫੀਆ ਤੋਂ ਸਾਹਮਣੇ ਆਇਆ, ਜਿੱਥੇ ਇੱਕ ਨੌਜਵਾਨ ਨੂੰ ਮਾਲ ਦੇ ਵਿੱਚ ਗੋਲੀਆਂ ਮਾਰ ਕੇ ਬੇਰਹਿਮੀ ਦੇ ਨਾਲ ਉਸ ਦੀ ਹੱਤਿਆ ਕਰ ਦਿੱਤੀ ਗਈ। ਅਮਰੀਕਾ ਦੇ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਇੱਕ ਮਹੀਨੇ ਦੌਰਾਨ ਹੀ ਬਹੁਤ ਸਾਰੀਆਂ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਨੇ। ਹੁਣ ਇੱਕ ਅਜਿਹੀ ਘਟਨਾ ਫਿਲਾਡੈਲਫੀਆ ਦੇ ਵਿੱਚ ਵਾਪਰੀ ਹੈ, ਜਿੱਥੇ ਇੱਥੋਂ ਦੇ ਮਾਲ ਦੇ ਵਿੱਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਦੇ ਰਾਹੀਂ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ। ਇਹਨਾਂ ਘਟਨਾਵਾਂ ਤੋਂ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਇਸ ਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ ਸੀ। ਜੋ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ, ਇਹ ਫਿਲਾਡੈਲਫੀਆ ਦੇ ਮਾਲ ਦੇ ਵਿੱਚ ਗੋਲੀਬਾਰੀ ਦੇ ਨਾਲ ਸੰਬੰਧਿਤ ਹੈ। ਇਸ ਘਟਨਾ ਦੇ ਬਾਰੇ ਪੁਲਿਸ ਨੇ ਜਾਣਕਾਰੀ ਜੋ ਦਿੱਤੀ ਹੈ, ਉਸ ਦੇ ਵਿੱਚ ਦੱਸਿਆ ਗਿਆ ਕਿ ਸੋਮਵਾਰ ਸ਼ਾਮ ਨੂੰ ਮਾਲ ਦੇ ਫੂਡ ਕੋਰਟ ਦੇ ਅੰਦਰ ਗੋਲੀਬਾਰੀ ਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਦੱਸਿਆ ਗਿਆ ਕਿ ਇੱਕ 21 ਸਾਲ ਦੇ ਲੜਕੇ ਨੂੰ ਕਈ ਗੋਲੀਆਂ ਮਾਰੀਆਂ ਗਈਆਂ, ਜਿਸ ਦੌਰਾਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਵਿਭਾਗ ਵੱਲੋਂ ਜੋ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਹੈ, ਉਸ ਦੇ ਮੁਤਾਬਕ ਜਿਹੜਾ ਸਸਪੈਕਟ ਹੈ ਅਤੇ ਹਥਿਆਰ ਦੀ ਭਾਲ ਕਰਨ ਦੇ ਲਈ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਦੇ ਬਾਰੇ ਪੜਤਾਲ ਕਰਨ ਦੇ ਲਈ ਪੁਲਿਸ ਵੱਲੋਂ ਸ਼ਾਪਿੰਗ ਸੈਂਟਰ ਨੂੰ ਵੀ ਬੰਦ ਕੀਤਾ ਗਿਆ। ਦੱਸ ਦਈਏ ਕਿ ਅਮਰੀਕਾ ਦੇ ਵਿੱਚ ਲਗਾਤਾਰ ਅਜਿਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਜਿਸ ਤੋਂ ਬਾਅਦ ਇੱਥੋਂ ਦੇ ਆਮ ਲੋਕਾਂ ਦੇ ਵਿੱਚ ਵੀ ਡਰ ਦੇਖਣ ਨੂੰ ਮਿਲ ਰਿਹਾ ਹੈ ਤੇ ਦੂਜੇ ਪਾਸੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਵੀ ਅਜਿਹੇ ਮਾਮਲਿਆਂ ਦੇ ਉੱਪਰ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਚੁੱਕਿਆ ਹੈ। ਨਾਰਥ ਵੈਂਕੂਵਰ ਲਾਇਬ੍ਰੇਰੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਇੱਕ ਔਰਤ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਅਤੇ ਕਈਆਂ ਨੂੰ ਜ਼ਖਮੀ ਕੀਤਾ ਗਿਆ ਸੀ। ਜਿਸ ਵਿਅਕਤੀ ਵੱਲੋਂ ਅਜਿਹਾ ਕੀਤਾ ਗਿਆ, ਉਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ ਤੇ ਨਾਲ ਦੀ ਨਾਲ ਉਸ ਨੂੰ ਹੁਣ ਚਾਰजेस ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਨਾਰਥ ਵੈਂਕੂਵਰ ਲਾਇਬ੍ਰੇਰੀ ਤੋਂ ਜੋ ਮਾਮਲਾ ਸਾਹਮਣੇ ਆਇਆ ਸੀ, ਉਸ ਦੇ ਵਿੱਚ ਵਿਅਕਤੀ ਨੂੰ ਹੁਣ ਮਰਡਰ ਦੇ ਚਾਰਜ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੀ ਹਾਂ, ਨਾਰਥ ਵੈਂਕੂਵਰ ਲਾਇਬ੍ਰੇਰੀ ਦੇ ਵਿੱਚ ਸ਼ਨੀਵਾਰ ਜਾਣੀ ਕਿ 27 ਮਾਰਚ ਨੂੰ ਵਿਅਕਤੀ ਵੱਲੋਂ ਇੱਕ ਔਰਤ ਨੂੰ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ 6 ਜਾਣਿਆਂ ਨੂੰ ਜ਼ਖਮੀ ਵੀ ਕੀਤਾ ਸੀ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਇਸ ਮਾਮਲੇ ਦੇ ਵਿੱਚ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਵਿਅਕਤੀ ਦੇ ਉੱਪਰ ਸੈਕੰਡ ਡਿਗਰੀ ਮਰਡਰ ਚਾਰਜ ਲਗਾਏ ਗਏ। ਇਸ ਵਿਅਕਤੀ ਦੀ ਪਹਿਚਾਣ ਯਾਨਿਕ ਦੇ ਨਾਮ ਤੋਂ ਦੱਸੀ ਗਈ ਹੈ ਅਤੇ ਇਸ ਦੀ ਉਮਰ 28 ਸਾਲ ਦੱਸੀ ਗਈ। ਇਸ ਵੱਲੋਂ ਜਿਸ ਔਰਤ ਦਾ ਕਤਲ ਕੀਤਾ ਗਿਆ ਉਸ ਦੀ ਉਮਰ 20 ਦੇ ਕਰੀਬ ਦੱਸੀ ਗਈ। ਇਸ ਘਟਨਾ ਦੇ ਜਿਹੜੇ ਹੋਰ 6 ਵਿਕਟਮ ਸਨ ਜਿਹੜੇ ਜ਼ਖਮੀ ਹੋਏ ਉਹਨਾਂ ਨੂੰ ਹਸਪਤਾਲ ਦੇ ਵਿੱਚ ਲੈ ਕੇ ਜਾਇਆ ਗਿਆ, ਜਿੱਥੇ ਉਹਨਾਂ ਦੀ ਹਾਲਤ ਸਥਿਰ ਹੈ। ਜਿਸ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਅਤੇ ਵਿਕਟਮਸ ਦੇ ਵਿੱਚ ਕੋਈ ਰਿਸ਼ਤਾ ਹੈ ਜਾਂ ਨਹੀਂ, ਇਸ ਦੇ ਬਾਰੇ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ। ਇਹ ਵਿਅਕਤੀ ਫਿਲਹਾਲ ਪੁਲਿਸ ਕਸਟਡੀ ਦੇ ਵਿੱਚ ਹੈ ਅਤੇ ਇਸ ਦੀ ਸਰਜਰੀ ਚੱਲ ਰਹੀ ਹੈ, ਕਿਉਂਕਿ ਇਸ ਵੱਲੋਂ ਆਪਣੇ ਆਪ ਨੂੰ ਵੀ ਸੱਟਾਂ ਮਾਰੀਆਂ ਗਈਆਂ ਸਨ। ਜਿਹੜੇ ਇਸ ਮਾਮਲੇ ਦੇ ਵਿੱਚ ਜਾਣੀ ਇਸ ਘਟਨਾ ਦੇ ਵਿੱਚ ਪੀੜਤ ਹਨ, ਉਹਨਾਂ ਦੇ ਨਾਲ ਪੁਲਿਸ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਦੱਸ ਦਈਏ, ਪੁਲਿਸ ਵੱਲੋਂ ਕਿਹਾ ਗਿਆ ਕਿ ਫਿਲਹਾਲ ਇਸ ਮਾਮਲੇ ਦੇ ਬਾਰੇ ਵਿੱਚ ਉਹ ਜਾਣਕਾਰੀ ਹੋਰ ਨਹੀਂ ਮੁਹੱਈਆ ਕਰਵਾਉਣਗੇ। ਉਹਨਾਂ ਵੱਲੋਂ ਇਸ ਦੇ ਉੱਪਰ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਸਕਦੀ ਹੈ। ਨਾਲ ਹੀ ਉਹਨਾਂ ਵੱਲੋਂ ਵਿਕਟਮਸ ਜਾਣੀ ਕਿ ਪੀੜਤਾਂ ਦੇ ਨਾਮ ਅਜੇ ਪਬਲਿਕ ਨਹੀਂ ਕੀਤੇ ਗਏ। ਬਹੁਤ ਸਾਰੇ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਦੀ ਸ਼ਿਪਮੈਂਟ ਦੇ ਵਿੱਚ ਦੇਰੀ ਦੀ ਸਮੱਸਿਆ ਆ ਰਹੀ ਸੀ, ਪਰ ਹੁਣ ਅਮਰੀਕਾ ਵੱਲੋਂ ਇੱਕ ਸਟੱਡੀ ਜਾਰੀ ਕੀਤੀ ਗਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਦਾ ਜਿਹੜਾ ਪਹਿਲਾ ਸ਼ਾਟ ਹੈ, ਜਾਣੀ ਕਿ ਇਸ ਟੀਕੇ ਦਾ ਪਹਿਲਾ ਸ਼ਾਟ ਹੀ ਕੋਰੋਨਾ ਵਾਇਰਸ ਦੇ ਖਿਲਾਫ ਕਾਫੀ ਜ਼ਿਆਦਾ ਅਸਰਦਾਰ ਹੋਣ ਵਾਲਾ ਹੈ। ਕਿੰਨਾ ਅਸਰਦਾਰ ਹੋਵੇਗਾ ਇਹ ਵੀ ਜਾਣਕਾਰੀ ਉਹਨਾਂ ਵੱਲੋਂ ਦਿੱਤੀ ਗਈ ਹੈ। ਸੋ ਸਾਰੀ ਜਾਣਕਾਰੀ ਡਿਟੇਲਸ ਦੱਸਾਂਗੇ ਇਸ ਖਬਰ ਦੇ ਵਿੱਚ। ਰੀਅਲ ਵਰਲਡ ਡਾਟਾ ਤੋਂ ਪਤਾ ਲੱਗਿਆ ਹੈ ਕਿ ਫਾਈਜ਼ਰ ਅਤੇ ਮੋਡਰਨਾ ਟੀਕੇ ਦਾ ਇੱਕ ਸ਼ਾਟ ਕੋਰੋਨਾ ਵਾਇਰਸ ਦੇ ਖਿਲਾਫ ਕਾਫੀ ਅਸਰਦਾਰ ਹੈ। ਜੀ ਹਾਂ, ਫਾਈਜ਼ਰ ਅਤੇ ਮੋਡਰਨਾ ਟੀਕਾ ਲਗਾਉਣ ਦੇ 2 ਹਫ਼ਤਿਆਂ ਦੇ ਬਾਅਦ ਇਨਫੈਕਸ਼ਨ ਦਾ 80% ਤੱਕ ਰਿਸਕ ਘੱਟ ਹੋ ਜਾਂਦਾ ਹੈ। ਦੂਸਰੇ ਸ਼ਾਟ ਤੋਂ ਬਾਅਦ ਇਹ ਰਿਸਕ 90% ਤੱਕ ਘੱਟ ਜਾਂਦਾ ਹੈ। ਇਹ ਜਾਣਕਾਰੀ ਯੂਐਸ ਸਟੱਡੀ ਤੋਂ ਪਤਾ ਚੱਲੀ ਹੈ। ਯੂਐਸ ਪਬਲਿਕ ਹੈਲਥ ਆਫੀਸ਼ੀਅਲਸ ਵੱਲੋਂ ਕਿਹਾ ਗਿਆ ਕਿ ਕਈ ਦੇਸ਼ਾਂ ਨੂੰ ਵੈਕਸੀਨ ਸਪਲਾਈ ਦੇ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਉਹਨਾਂ ਨੂੰ ਸੈਕੰਡ ਡੋਜ਼ ਲੈਣ ਵਿੱਚ ਦੇਰੀ ਹੋ ਰਹੀ ਹੈ। ਸੋ ਇਸੇ ਦੇ ਚੱਲਦਿਆਂ ਹੀ ਉਹਨਾਂ ਵੱਲੋਂ ਜੋ ਨਵੀਂ ਸਟੱਡੀ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਮੁਤਾਬਕ ਫਾਈਜ਼ਰ ਅਤੇ ਮੋਡਰਨਾ ਵੈਕਸੀਨ ਦਾ ਟੀਕੇ ਦਾ ਪਹਿਲਾ ਸ਼ਾਟ ਹੀ ਕੋਰੋਨਾ ਵਾਇਰਸ ਦੇ ਖਿਲਾਫ ਕਾਫੀ ਅਸਰਦਾਰ ਹੈ। ਜੋ ਜਾਣਕਾਰੀ ਦਿੱਤੀ ਗਈ ਉਸ ਦੇ ਮੁਤਾਬਕ ਇਹ ਸਟੱਡੀ 3950 ਪਾਰਟਿਸਪੈਂਟਸ ਦੇ ਉੱਪਰ ਕਰਵਾਈ ਗਈ। ਇਹ ਸਟੱਡੀ ਦਸੰਬਰ 14, 2020 ਤੋਂ ਮਾਰਚ 13, 2021 ਦੇ ਦੌਰਾਨ ਕਰਾਈ ਗਈ। ਜਿਨ੍ਹਾਂ ਉੱਪਰ ਇਹ ਟ੍ਰਾਇਲ ਕੀਤਾ ਗਿਆ ਉਹਨਾਂ ਵਿੱਚੋਂ 74% ਲੋਕ ਅਜਿਹੇ ਸਨ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦਾ ਸਿਰਫ ਫਰਸਟ ਸ਼ਾਟ ਹੀ ਲਗਾਇਆ ਗਿਆ। ਦੱਸ ਦਈਏ ਕਿ ਟੀਕਿਆਂ ਦੇ ਬਾਰੇ ਵਿੱਚ ਸਮੇਂ-ਸਮੇਂ ਦੇ ਉੱਪਰ ਕਈ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਕੋਰੋਨਾ ਵੈਕਸੀਨ ਦੇ ਉੱਪਰ ਵੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੇ ਬਾਰੇ ਵਿੱਚ ਵੀ ਕੁਝ ਨਾ ਕੁਝ ਨਵਾਂ ਨਿਕਲ ਕੇ ਸਾਹਮਣੇ ਆ ਰਿਹਾ ਹੈ। ਇਹ ਜੋ ਨਵੀਂ ਖੋਜ ਕਰਵਾਈ ਗਈ, ਇਸ ਦੇ ਵਿੱਚ ਵੀ ਇਹੀ ਪਤਾ ਚੱਲਿਆ ਹੈ ਕਿ ਇੱਕ ਸ਼ਾਟ ਮੋਡਰਨਾ ਤੇ ਫਾਈਜ਼ਰ ਦਾ ਕਿੰਨਾ ਅਸਰਦਾਰ ਹੈ ਕੋਰੋਨਾ ਵਾਇਰਸ ਦੇ ਖਿਲਾਫ। ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਵੱਲੋਂ ਇੱਕ ਮਿਸ਼ਨ ਦੇ ਬਾਰੇ ਵਿੱਚ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਮਿਸ਼ਨ ISIL ਹੈ ਉਸ ਨੂੰ ਅੱਗੇ ਲਈ 1 ਸਾਲ ਦੇ ਲਈ ਵਧਾ ਦਿੱਤਾ ਗਿਆ ਹੈ। ਕੈਨੇਡਾ ਦੇ ਡਿਫੈਂਸ ਮਿਨਿਸਟਰ ਹਰਜੀਤ ਸੱਜਣ ਵੱਲੋਂ ਇੱਕ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਕੈਨੇਡਾ ਵੱਲੋਂ ਇਸਲਾਮਿਕ ਸਟੇਟ ਦੇ ਖਿਲਾਫ ਲੜਾਈ ਨੂੰ ਹੁਣ ਜਾਰੀ ਰੱਖਿਆ ਜਾ ਰਿਹਾ ਹੈ। ਹਰਜੀਤ ਸੱਜਣ ਵੱਲੋਂ ਇਹ ਵੀ ਦੱਸਿਆ ਗਿਆ ਕਿ ਕੈਨੇਡਾ ਵੱਲੋਂ ਆਪਣੇ 850 ਟਰੂਪਸ ਨੂੰ ਇਰਾਕ ਦੇ ਵਿੱਚ ਇੱਕ ਹੋਰ ਸਾਲ ਤੱਕ ਰੱਖਣ ਦਾ ਫੈਸਲਾ ਲਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਹੁਣ ਇਹ ਟਰੂਪਸ ਅਗਲੇ ਮਾਰਚ ਤੱਕ ਇਰਾਕ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਹੀ ਰਹਿਣਗੇ। ਦੱਸ ਦਈਏ ਕਿ ਇਸ ਮਿਸ਼ਨ ਦੀ ਸ਼ੁਰੂਆਤ ਅਕਤੂਬਰ 2014 ਦੇ ਦੌਰਾਨ ਕੀਤੀ ਗਈ ਸੀ। ਇਸ ਦੇ ਵਿੱਚ ਐਕਸਟੈਂਸ਼ਨ ਵੀ ਕੀਤੀ ਗਈ। ਇਹ ਐਕਸਟੈਂਸ਼ਨ ਉਸ ਵੇਲੇ ਹੋਈ ਜਦੋਂ ਇਸ ਮਿਸ਼ਨ ਦੇ ਖਤਮ ਹੋਣ ਦੇ ਵਿੱਚ ਸਿਰਫ 1 ਦਿਨ ਬਾਕੀ ਸੀ। ਦੱਸ ਦਈਏ ਕਿ ਅਜਿਹਾ ਵੀ ਕਿਹਾ ਜਾ ਰਿਹਾ ਹੈ ਕਿ ਇਰਾਕ ਦੇ ਵਿੱਚ ਈਰਾਨ ਦਾ ਪ੍ਰਭਾਵ ਵਧ ਰਿਹਾ ਹੈ ਅਤੇ ਤਹਿਰਾਨ ਦੇ ਵਿੱਚ ਸ਼ੀਆ ਮਿਲੀਟੇਟ ਗਰੁੱਪਸ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਲਿਬਰਲ ਸਰਕਾਰ ਨੇ ਪਹਿਲਾਂ ਇਸ ਮਿਸ਼ਨ ਦੇ ਸੰਬੰਧ ਦੇ ਵਿੱਚ ਟਰੂਪਸ ਦੀ ਗਿਣਤੀ ਨੂੰ 850 ਤੱਕ ਸੀਮਿਤ ਕੀਤਾ ਸੀ, ਜਾਣੀ ਕਿ 850 ਤੱਕ ਰੱਖੀ ਗਈ ਸੀ, ਪਰ ਬੀਤੇ ਕੁਝ ਸਮੇਂ ਦੇ ਵਿੱਚ ਟਰੂਪਸ ਨੂੰ ਵਾਪਸ ਸੱਦਿਆ ਜਾਂਦਾ ਰਿਹਾ ਹੈ। ਪਰ ਹੁਣ ਜੋ ਰੱਖਿਆ ਮੰਤਰੀ ਹਰਜੀਤ ਸੱਜਣ ਵੱਲੋਂ ਜਾਣਕਾਰੀ ਦਿੱਤੀ ਗਈ, ਉਸ ਦੇ ਮੁਤਾਬਕ ਇਹ ਫੌਜੀ ਟੀਮਾਂ ਅਗਲੇ ਮਾਰਚ ਤੱਕ ਇਰਾਕ ਦੇ ਆਲੇ-ਦੁਆਲੇ ਦੇ ਇਲਾਕੇ ਦੇ ਵਿੱਚ ਹੀ ਰਹਿਣਗੀਆਂ।
ਕਲਾਈਮੇਟ ਚੇਂਜ ਮੁੱਦੇ ਦੇ ਉੱਪਰ ਕੈਨੇਡਾ ਦੇ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ। ਇੱਕ ਰਿਪੋਰਟ ਜਾਰੀ ਕੀਤੀ ਗਈ ਜਿਸ ਦੇ ਵਿੱਚ ਦੱਸਿਆ ਗਿਆ ਕਿ ਕਲਾਈਮੇਟ ਚੇਂਜ ਦੇ ਕਰਕੇ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਨੂੰ ਤੂਫਾਨ ਦਾ ਸਾਹਮਣਾ ਕਰਨਾ ਪਵੇਗਾ। ਬਾਕੀ ਸਾਰੀ ਅਪਡੇਟ ਡਿਟੇਲ ਦੱਸਾਂਗੇ ਇਸ ਖਬਰ ਦੇ ਵਿੱਚ। ਤਾਜ਼ਾ ਰਿਪੋਰਟ ਸਾਹਮਣੇ ਆਈ ਹੈ। ਇਸ ਦੇ ਵਿੱਚ ਪਤਾ ਚੱਲਿਆ ਹੈ ਕਿ ਕੈਨੇਡਾ ਦੇ ਕੁਝ ਹੋਰ ਹਿੱਸਿਆਂ ਨੂੰ ਹੁਣ ਜ਼ਿਆਦਾ ਵੱਡੇ ਹੁਰੀਕੇਨਸ ਦੇ ਲਈ ਤਿਆਰ ਹੋਣਾ ਪਵੇਗਾ। ਜਦੋਂ ਵੀ ਕਲਾਈਮੇਟ ਚੇਂਜ ਦੀ ਗੱਲ ਆਉਂਦੀ ਹੈ ਤਾਂ ਇਸ ਦੇ ਉੱਪਰ ਐਕਸਪਰਟਸ ਹੁਰੀਕੇਨ ਦੇ ਬਾਰੇ ਵਿੱਚ ਜਾਣੀ ਕਿ ਤੂਫਾਨ ਦੇ ਬਾਰੇ ਵਿੱਚ ਗੱਲ ਕਰਦੇ ਹਨ। ਇੱਕ ਨਵੀਂ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਦੱਸਿਆ ਗਿਆ ਕਿ ਜੋ ਧਰਤੀ ਦੇ ਉੱਪਰ ਕਲਾਈਮੇਟ ਚੇਂਜ ਹੈ ਉਸ ਦੇ ਕਰਕੇ ਕਾਫੀ ਜ਼ਿਆਦਾ ਤੂਫਾਨਾਂ ਦਾ ਸਾਹਮਣਾ ਕੁਝ ਹਿੱਸਿਆਂ ਨੂੰ ਕਰਨਾ ਪੈ ਸਕਦਾ ਹੈ। ਇਨ੍ਹਾਂ ਤੂਫਾਨਾਂ ਦੇ ਦੌਰਾਨ ਹਵਾ ਦੀ ਗਤੀ ਦੇ ਵਿੱਚ ਜਾਣੀ ਕਿ ਸਪੀਡ ਦੇ ਵਿੱਚ 5% ਦਾ ਹੋਰ ਵਾਧਾ ਹੋ ਸਕਦਾ ਹੈ। ਅਜਿਹਾ ਤਦ ਹੋਏਗਾ ਜੇਕਰ ਪਲੈਨਟ 2100 ਤੱਕ 2 ਸੈਲਸੀਅਸ ਤੱਕ ਗਰਮ ਹੋਵੇਗਾ। ਕੈਨੇਡੀਅਨ ਰਿਸਰਚਰ ਵੱਲੋਂ ਕਿਹਾ ਗਿਆ ਕਿ ਹੁਣ ਸਰਕਾਰ ਨੂੰ ਇਸ ਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਕਲਾਈਮੇਟ ਚੇਂਜ ਸਮੇਂ ਦੀ ਮੰਗ ਹੈ। ਅਮਰੀਕਾ ਤੇ ਕੈਨੇਡਾ ਦੇ ਵਿੱਚ ਜਿਹੜੇ ਹੁਰੀਕੇਨਸ ਨੇ ਉਹਨਾਂ ਨੂੰ ਕੈਟਾਗਰੀ 1 ਤੋਂ ਲੈ ਕੇ ਕੈਟਾਗਰੀ 5 ਦੇ ਵਿੱਚ ਰੱਖਿਆ ਗਿਆ। ਕੈਟਾਗਰੀ 5 ਦਾ ਮਤਲਬ ਹੈ ਕਿ ਤੂਫਾਨ ਦੇ ਵਿੱਚ ਹਵਾ ਦੀ ਗਤੀ 252 ਕਿਲੋਮੀਟਰ ਪ੍ਰਤੀ ਘੰਟਾ ਜਾਂ ਫਿਰ ਇਸ ਤੋਂ ਜ਼ਿਆਦਾ ਹੁੰਦੀ ਹੈ। ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ, ਜਾਣੀ ਕਿ ਇਸ ਸਮੇਂ ਕੈਨੇਡਾ ਦੇ ਵਿੱਚ ਕੀ ਹੈ ਕੋਰੋਨਾ ਵਾਇਰਸ ਦੀ ਅਪਡੇਟ। ਇਹ तमाम ਜਾਣਕਾਰੀ ਦੇਵਾਂਗੇ ਇਸ ਖਬਰ ਦੇ ਵਿੱਚ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ 2300 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ 14 ਮੌਤਾਂ ਵੀ ਦਰਜ ਕੀਤੀਆਂ ਗਈਆਂ। ਹੁਣ ਤੱਕ ਓਨਟਾਰੀਓ ਤੋਂ 3,47,570 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਟੋਰਾਂਟੋ ਤੋਂ 727, ਪੀਰ ਰੀਜਨ ਤੋਂ 434, ਯਾਰਕ ਰੀਜਨ ਤੋਂ 229, ਦੁਰਹਮ ਰੀਜਨ ਤੋਂ 194 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸ ਦਈਏ ਕਿ ਹੁਣ ਤੱਕ ਇੱਥੇ 7,351 ਦੇ ਕਰੀਬ ਮੌਤਾਂ ਹੋ ਚੁੱਕੀਆਂ ਨੇ। ਓਨਟਾਰੀਓ ਦੇ ਵਿੱਚ ਇਸ ਸਮੇਂ 19,810 ਦੇ ਕਰੀਬ ਐਕਟਿਵ ਮਾਮਲੇ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 1,090 ਹੈ, ਜਿਨ੍ਹਾਂ ਵਿੱਚੋਂ 387 ਇੰਟੈਂਸਿਵ ਕੇਅਰ ਅਧੀਨ ਹਨ। ਕਿਊਬੈਕ ਤੋਂ 864 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ 7 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਰਕੇ ਗਈ ਹੈ। ਹੁਣ ਤੱਕ 3,10,066 ਦੇ ਕਰੀਬ ਕੋਰੋਨਾ ਵਾਇਰਸ ਦੇ ਮਾਮਲੇ ਇੱਥੇ ਸਾਹਮਣੇ ਆ ਚੁੱਕੇ ਨੇ। 10,658 ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ। ਹਸਪਤਾਲ ਦੇ ਵਿੱਚ ਮਰੀਜ਼ਾਂ ਦੀ ਗਿਣਤੀ 487 ਹੈ, ਜਿਨ੍ਹਾਂ ਵਿੱਚੋਂ 126 ਇੰਟੈਂਸਿਵ ਕੇਅਰ ਅਧੀਨ ਹਨ। ਮੈਨੀਟੋਬਾ ਤੋਂ 24 ਘੰਟਿਆਂ ਦੌਰਾਨ 77 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਅਤੇ ਇਸ ਦੇ ਨਾਲ ਹੀ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ। ਕੈਨੇਡਾ ਦੇ ਵਿੱਚ ਹੁਣ ਤੱਕ 9,75,000 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 22,921 ਦੇ ਕਰੀਬ ਜਾਨਾਂ ਜਾ ਚੁੱਕੀਆਂ ਨੇ। ਕੈਨੇਡਾ ਦੇ ਵਿੱਚ 9,06,000 ਦੀ ਉਹ ਗਿਣਤੀ ਹੈ ਜਿਨ੍ਹਾਂ ਵੱਲੋਂ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਗਈ, ਜਾਣੀ ਕਿ ਰਿਕਵਰਡ ਕੇਸ। ਅਮਰੀਕਾ ਦੇ ਵਿੱਚ ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਵੀ ਅਪਰੂਵ ਕੀਤਾ ਗਿਆ। ਇੱਥੇ ਹਰੀ ਝੰਡੀ ਦਿੱਤੀ ਗਈ ਇਸ ਟੀਕੇ ਦੇ ਇੱਕ ਸ਼ਾਟ ਨੂੰ, ਜਿਸ ਦਾ ਮਤਲਬ ਹੈ ਕਿ ਇਸ ਦਾ ਇੱਕ ਡੋਜ਼ ਜਿਹੜਾ ਹੈ ਉਹੀ ਕੋਰੋਨਾ ਵਾਇਰਸ ਦੇ ਖਿਲਾਫ ਅਸਰਦਾਰ ਹੋਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਅਪ੍ਰੈਲ ਆਖਿਰ ਤੋਂ ਇਹ ਵੈਕਸੀਨ ਕੈਨੇਡਾ ਨੂੰ ਪਹੁੰਚਣਾ ਸ਼ੁਰੂ ਹੋ ਜਾਵੇਗਾ। ਅਜਿਹਾ ਪਹਿਲਾਂ ਕਦੇ ਵੀ ਐਲਾਨ ਨਹੀਂ ਕੀਤਾ ਗਿਆ ਸੀ। ਪਹਿਲੀ ਵਾਰ ਹੈ ਜਦੋਂ ਆਫੀਸ਼ੀਅਲਸ ਦੇ ਵੱਲੋਂ ਇਸ ਦੇ ਬਾਰੇ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ। ਜੌਨਸਨ ਐਂਡ ਜੌਨਸਨ ਵੈਕਸੀਨ ਦੇ ਨਾਲ ਸੰਬੰਧਿਤ ਜਾਣਕਾਰੀ ਕੈਨੇਡਾ ਤੋਂ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਅਪ੍ਰੈਲ ਦੇ ਆਖਿਰ ਤੱਕ ਕੈਨੇਡਾ ਨੂੰ ਜੌਨਸਨ ਐਂਡ ਜੌਨਸਨ ਵੈਕਸੀਨ ਦੀਆਂ ਡੋਜ਼ ਮਿਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਦੀ ਜਾਣਕਾਰੀ ਫੈਡਰਲ ਆਫੀਸ਼ੀਅਲਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ। ਪ੍ਰੋਕਿਊਰਮੈਂਟ ਮਿਨਿਸਟਰ ਅਨੀਤਾ ਆਨੰਦ ਵੱਲੋਂ ਦੱਸਿਆ ਗਿਆ, ਇਹ ਅਜੇ ਤੱਕ ਕਨਫਰਮ ਨਹੀਂ ਹੋਇਆ, ਜਾਣੀ ਕਿ ਅਜੇ ਤੱਕ ਫਾਈਨਲ ਨਹੀਂ ਹੋਇਆ ਕਿ ਕਿਸ ਤਾਰੀਖ ਤੋਂ ਇਸ ਵੈਕਸੀਨ ਦੀਆਂ ਡੋਜ਼ਸ ਕੈਨੇਡਾ ਨੂੰ ਮਿਲਣੀਆਂ ਸ਼ੁਰੂ ਹੋਣਗੀਆਂ। ਦੱਸ ਦਈਏ ਕਿ ਅਜਿਹਾ ਪਹਿਲੀ ਵਾਰ ਹੈ ਜਦੋਂ ਆਫੀਸ਼ੀਅਲਸ ਦੇ ਵੱਲੋਂ ਇਸ ਟੀਕੇ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਕਦੋਂ ਇਹ ਟੀਕਾ ਕੈਨੇਡਾ ਨੂੰ ਮਿਲਣਾ ਸ਼ੁਰੂ ਹੋ ਜਾਵੇਗਾ। ਜ਼ਿਕਰਯੋਗ ਹੈ ਕਿ 3 ਹਫ਼ਤੇ ਪਹਿਲਾਂ ਕੈਨੇਡਾ ਦੇ ਵਿੱਚ ਜੌਨਸਨ ਐਂਡ ਜੌਨਸਨ ਵੈਕਸੀਨ ਨੂੰ ਹਰੀ ਝੰਡੀ ਦਿੱਤੀ ਗਈ ਸੀ। ਹੈਲਥ ਕੈਨੇਡਾ ਵੱਲੋਂ ਕਿਹਾ ਗਿਆ ਕਿ ਇਸ ਵੈਕਸੀਨ ਦਾ ਇੱਕ ਸ਼ਾਟ ਹੀ ਕੋਰੋਨਾ ਵਾਇਰਸ ਦੇ ਖਿਲਾਫ ਅਸਰਦਾਰ ਹੋਵੇਗਾ। ਕੈਨੇਡਾ ਵੱਲੋਂ ਇਸ ਟੀਕੇ ਦੀਆਂ 10 ਮਿਲੀਅਨ ਡੋਜ਼ਸ ਦਾ ਪਹਿਲਾਂ ਹੀ ਆਰਡਰ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਉਹਨਾਂ ਵੱਲੋਂ 28 ਮਿਲੀਅਨ ਹੋਰ ਆਰਡਰ ਕਰਨ ਦਾ ਵੀ ਆਪਸ਼ਨ ਚੁਣਿਆ ਗਿਆ। ਇਸ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਸਤੰਬਰ ਮਹੀਨੇ ਤੱਕ 10 ਮਿਲੀਅਨ ਡੋਜ਼ਸ ਦੀ ਉਮੀਦ ਕੀਤੀ ਜਾ ਰਹੀ ਹੈ, ਪਰ ਉਸ ਵਕਤ ਉਹਨਾਂ ਨੂੰ ਇਹ ਜਾਣਕਾਰੀ ਨਹੀਂ ਸੀ ਕਿ ਅਪ੍ਰੈਲ ਆਖਿਰ ਤੱਕ ਕਿੰਨੀਆਂ ਡੋਜ਼ਸ ਮਿਲਣਗੀਆਂ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਂ ਖਬਰਾਂ ਦੇ ਉੱਪਰ। ਟਰੂਡੋ ਨੇ ਦਿੱਤੀ ਟੀਕੇ ਬਾਰੇ ਵਿੱਚ ਖੁਸ਼ਖਬਰੀ, ਕਿਹਾ ਭੁੱਲਿਓ ਨਾ ਬੁੱਧਵਾਰ ਨੂੰ ਕੀ ਹੈ ਖਾਸ।
ਵਿਜ਼ਿਟਰ ਵੀਜ਼ੇ ਵਾਲਿਆਂ ਦੇ ਲਈ ਕੈਨੇਡਾ ਤੋਂ ਖੁਸ਼ਖਬਰੀ, ਹੁਣ ਵਰਕ ਪਰਮਿਟ ਵਾਲਿਆਂ ਨੂੰ ਮਿਲਿਆ ਹੋਰ ਸਮਾਂ। ਟੋਰਾਂਟੋ ਦੇ ਵਿੱਚ ਗੱਡੀ ਦਾ ਟਾਇਰ ਨਿਕਲਣ ਦੇ ਨਾਲ ਹਾਦਸਾ, ਔਰਤ ਦੀ ਬਚ ਗਈ ਜਾਨ। ਟਰੰਪ ਦੀ ਹੋਈ ਸੋਸ਼ਲ ਮੀਡੀਆ ਤੇ ਵਾਪਸੀ, ਹੁਣ ਟਰੰਪ ਦੀ 2024 ਦੀ ਤਿਆਰੀ। ਸਰੀ ਦੇ ਹਸਪਤਾਲ ਦੀ ਕੋਰੋਨਾ ਆਊਟਬ੍ਰੇਕ ਹੋਈ ਖਤਮ, ਸਿਹਤ ਵਿਭਾਗ ਨੇ ਦਿੱਤੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।